सतनाम वाहिगुरु साहिब जियो। बिलावल महला चौथा। आओ संत मिलो मेरे भाई, मिल हर हर कथा करो। हर हर नाम बोहित है कलयुग, खेवट गुरु शब्द तरो। आओ संत मिलो मेरे भाई, मिल हर हर कथा करो। हर हर नाम बोहित है कलयुग, खेवट गुरु शब्द तरो। मेरे मन हर गुण हरि उचरो, मस्तक लिखत लिखे गुण गाए। मिल संगत पार परो। रहा काया नगर में राम रस यूतम, क्यों पाइय उपदेश जन करो। सतगुरु सेव सफल हर दर्शन, मिले अमृत हर रस पियो। हर हर नाम अमृत हर मीठा, हर संतो चाख दिखो। गुरमत हर रस मीठा लागा, तिन बिसरे सब बिख रसो। राम नाम रस राम रसायन, हर सेवो संत जनों। चार पदार्थ चारे पाए, गुरमत नानक हर भजो। राम नाम रस राम रसायन, हर सेवो संत जनों। चार पदार्थ चारे पाए, गुरमत नानक हर भजो। वाहिगुरु जी का खालसा, वाहिगुरु जी की फतेह। जुगो जुग अटल धन धन गुरु ग्रंथ साहिब जी। गुरु पातशाह जी की अपार बख्शिश, टलदी शाम सत्संगत का समा असीं माण रहे हैं। गुरबाणी व्याख्यान विच राग बिलावल विचारिया जाता है। गुरु रामदास साहब द्वारा उच्चारण किए गए मुकामी बचन सानू प्राप्त ने, जो शब्द आप सरवण कर रहे सी। बीते 2 रोज़ तो असीं इन्हां ही पावन बचनां दे बहुत शुरुआती सतरां शुरुआती पंक्तियां असीं विचार रहे हैं। एक बार फिर एक सरसरी नज़र रहाओ ते बंद ते है उपरंत, जिथों बीते कल असीं विचार समेटी सी, उत्थों ही असीं अगे तोरांगे। गुरुदेव कह रहे सीगे, मेरे मन हर गुण हर उचरो। खास वर्ड उचरो है, उचारण करना। मनुखी मन दे विच जिन्हों असीं वलवले कहने आ, लेयर ऑफ थॉट्स, ये लगातार चलदियां ने। इन्हां दे विच ज़्यादातर बदी हुंदी है, मिजरी। उस तो बाद जो साडा आले दुआले एक्सपीरियंस हुंदा है, खास करके बैड, वी कैरी दैट वन। उहदे नाल अंदर बिटरनेस, कुड़तन वो वधदी है। ते फिर होर ते कुछ नहीं चंगा लगदा, रब दा नाम ही चंगा नहीं लगदा। जदों वो बात नहीं हुंदी ते फिर डेफिनेटली जिहड़ा साडा जीवन का ही मूल आ, जिहदे करके जीवन सिरजिया गया, जिहदे करके जीवन बनया है, जे उस नाल ही साडी कोई सांझ नहीं तो डेफिनेटली मनुखी जीवन नूं शांति किवें मिलेगी। सो साहिब महाराज ने मौलिक रूप में बात की कि हर 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 उचरो, भाव ऐ मेरे मन तू इंटेंशनली इस पासे दे थॉट्स विचारां रावां उन्हां नूं अंदर जगह दे,
ਐਂਡ ਅਗੇਨ ਜੋ ਚੀਜ਼ ਅੰਦਰ ਜਗ੍ਹਾ ਦੇਣੀ ਚਾਹੁੰਦੇ ਆ ਜਿਸ ਨੂੰ, ਉਹ ਕੰਨਾਂ 'ਚੋਂ ਪਾਵਾਂਗੇ, ਅੱਖਾਂ ਨਾਲ ਪੜ੍ਹਾਂਗੇ, ਮੂੰਹ ਨਾਲ ਬੋਲਾਂਗੇ ਤਾਂ ਹੀ ਜਾਏਗਾ। ਸੋ ਇਨ ਏ ਵੇ ਗੁਰੂ ਸਾਹਿਬ ਸਾਨੂੰ ਮੈਡੀਟੇਸ਼ਨ ਲਈ ਪ੍ਰੇਰ ਰਹੇ ਨੇ, ਉਹ ਸਿਮਰਨ ਦੀ ਪ੍ਰਵਿਰਤੀ ਵੱਲ ਪ੍ਰੇਰ ਰਹੇ ਨੇ। ਸੋ ਬਚਨ ਹੈ ਮੇਰੇ ਮਨ ਹਰ ਗੁਣ ਹਰ ਉਚਰੋ, ਮਸਤਕ ਲਿਖਤ ਲਿਖੇ ਗੁਣ ਕਾਏ। ਮੱਥੇ ਦੇ ਲੇਖ ਜਿਹਨੂੰ ਕਿਸਮਤ ਨਾਲ ਜਾਂ ਕਿਸੇ ਹੋਰ ਚੀਜ਼ ਨਾਲ ਜ਼ਿਆਦਾਤਰ ਤਸ਼ਬੀਹ ਦਿੱਤੀ ਜਾਂਦੀ ਹੈ, ਪਰ ਇਹਦਾ ਮਸਤਕ ਦਾ ਲੇਖ ਹਕੀਕਤ ਇਹ ਹੈ ਕਿ ਜਿਹੜਾ ਈਵਨ ਅੱਜ ਦੀ ਨਿਊਰੋ ਸਾਇੰਸਿਸ 'ਚ ਆ ਜਾਈਏ, ਸਾਡੀ ਬਿਲਕੁਲ ਫੋਰਹੈਡ ਦੀ ਜਿਹੜੀ ਇਹ ਮੱਥੇ ਦੀ ਸਲੇਟ ਹੈ, ਇਹਦੇ ਪਿੱਛੇ ਇੱਕ ਪਾਰਟ ਹੁੰਦਾ ਹੈ ਜਿਹੜਾ ਏਜ ਨਾਲ ਡਿਵੈਲਪ ਹੁੰਦਾ, ਜਿਹਨੂੰ ਗ੍ਰੇ ਪਾਰਟ ਕਹਿੰਦੇ ਹਾਂ ਅਸੀਂ। ਉਹ ਜਿਹੜਾ ਗ੍ਰੇ ਪਾਰਟ ਆ, ਉਹ ਜਦੋਂ ਏਜ ਨਾਲ ਡਿਵੈਲਪ ਹੁੰਦਾ ਹੈ, ਅਤੇ ਉਹਦੇ 'ਚ ਇਹ ਵੀ ਡਿਪੈਂਡ ਕਰਦਾ ਹੈ ਕਿ ਐਕਸਪੋਜ਼ਰ ਕਿਹੋ ਜਿਹਾ ਸੀਗਾ। ਆਪ ਅਹਿਸਾਸ ਕਰੋਗੇ ਸਾਡੇ ਇਸ ਮੁਬਾਲਿਕ ਦੇ ਵਿੱਚ 25-25, 30-30 ਸਾਲ ਦੇ ਇੰਡੀਵਿਜੂਅਲਸ ਦੇ ਨੋਟ ਸਟਰੀਟ ਸਮਾਰਟ। ਚੋਇਸਿਸ ਬਣਾਉਣ ਲੱਗਿਆ ਬੰਦਾ ਸੋਚਦਾ ਕੈਸੇ ਡੰਮ ਨੇ, ਪਤਾ ਹੀ ਨਹੀਂ ਲੱਗਦਾ। ਇਹਦੇ ਮੁਕਾਬਲਤਨ ਅਫਰੀਕਾ, ਏਸ਼ੀਆ, ਸਾਊਥ ਏਸ਼ੀਆ, ਇਸ ਖਿੱਤੇ ਦੇ ਵਿੱਚ 10-10, 12-12 ਸਾਲਾਂ ਦੇ ਬੱਚੇ ਸਟਰੀਟ ਸਮਾਰਟ, ਡਿਸੀਜ਼ਨ ਬਣਾਉਂਦੇ। ਕਮਾਲ ਸੋਚਦਾ ਇਹ ਕਿਵੇਂ, ਕਾਰਨ ਕੀ ਹੈ? ਐਕਸਪੋਜ਼ਰ। ਇਹ ਹੈ ਮੱਥੇ ਦੇ ਲੇਖ ਬਦਲ ਗਏ। ਮਤਲਬ ਜਿਹੜੀ ਉਹ ਗ੍ਰੇ ਪਾਰਟ ਵਾਲਾ ਪੱਖ ਸੀਗਾ ਨਾ, ਉਹ ਇਕੱਲਾ ਏਜ ਅਫੈਕਟਿਵ ਨਹੀਂ ਰਹਿ ਗਿਆ। ਫਿਰ ਇਹਦੇ 'ਚ ਜੀਵਨ ਦੀਆਂ ਜਿਹੜੀਆਂ ਉਹਦੇ 'ਚੋਂ ਆ ਰਹੀਆਂ ਖਾਸ ਕਰਕੇ ਸਿੱਖਿਆਵਾਂ ਸੀਗੀਆਂ, ਜਿਹਨੂੰ ਅਸੀਂ ਕਿਸੇ ਚੀਜ਼ ਨੂੰ ਜਿਵੇਂ ਗਿਆਨ ਐਕਿਊਮੂਲੇਟ ਕਰਦੇ ਹਾਂ, ਅਸੀਂ ਉਸ ਨੂੰ ਅਟੇਨ ਕਰਦੇ ਹਾਂ, ਉਸ ਨੂੰ ਉਹਨਾਂ ਨੇ ਅਟੇਨ ਕਰ ਲਿਆ। ਸੋ ਬਾਬਾ ਜੀ ਕਹਿੰਦੇ ਇਹ ਹੈ ਇਸ ਕਿਸਮ ਦਾ ਗਿਆਨ ਹਾਸਲ ਕਰਕੇ ਮੱਥੇ ਦੇ ਲੇਖ ਬਦਲਣੇ, ਆਪਣੇ ਜੀਵਨ ਦੇ ਲਿਖਣ ਵਾਲੇ, ਆਪ ਬਣਨ ਵਾਲੇ ਪਾਸੇ ਵੱਧ ਜਾਣਾ। ਅਗਲਾ ਬਚਨ ਸੀ ਗੁਣ ਗਾਏ ਮਿਲ ਸੰਗਤ ਪਾਰ ਪਰੋ। ਫਿਰ ਸੰਗਤ ਐਸੀ ਨਾਲ ਮਿਲੋ ਜਿਹਦੇ ਨਾਲ ਪਾਰ ਹੋ ਜਾਓ। ਤੇ ਪਾਰ ਕਿਸ ਚੀਜ਼ ਤੋਂ ਹੋਣਾ? ਪਾਰ ਤੇ ਜੀਵਨ ਦੀਆਂ ਵੀਕਨੈਸਿਸ ਹੀ ਨੇ, ਉਹਨਾਂ ਤੋਂ ਜਾਣਾ ਹੈਗਾ, ਤੇ ਸੰਗਤ ਉਹਦੇ 'ਚ ਸਹਾਈ ਹੋਏਗੀ। ਇਹਦਾ ਜਿਹੜੀ ਫਰਦਰ ਇਹਦੀ ਐਕਸਪਲੇਨੇਸ਼ਨ ਹੈ ਅਗਲੀਆਂ ਪੰਕਤੀਆਂ 'ਚ ਮਿਲ ਜਾਏਗੀ। ਬੀਤੇ ਕੱਲ ਜਿੱਥੇ ਆਪਾਂ ਬਾਤ ਆਪਣੀ ਪੌਜ਼ ਕੀਤੀ ਸੀ, ਆਪਾਂ ਉੱਥੋਂ ਤੋਰਦੇ ਹਾਂ ਅੱਗੇ। ਬਚਨ ਸੀਗਾ ਹਰ ਹਰ ਨਾਮ ਬੋਹਿਤ ਹੈ ਕਲਯੁਗ, ਖੇਵਟ ਗੁਰ ਸ਼ਬਦ ਤਰੋ। ਹਰ ਹਰ ਨਾਮ ਬੋਹਿਤ, ਬੋਹਿਤ ਕਹਿੰਦੇ ਨੇ ਜਹਾਜ਼ ਨੂੰ, ਬੋਟ, ਬੇੜੀ। ਉਹ ਕੀ ਹੈ? ਨਾਮ। ਤੇ ਉਹ ਨਾਮ ਕਿਹਦੇ ਤੋਂ ਸਾਨੂੰ, ਉਹ ਬੇੜੀ ਕਿਹਦੇ ਵਿੱਚੋਂ ਪਾਰ ਕਰੇਗੀ ਸਾਨੂੰ? ਕਲਯੁਗ। ਹੁਣ ਕਲਯੁਗ ਦੇ ਬਾਰੇ ਬਾਤ ਹੋ ਰਹੀ ਸੀ ਕਿ ਕਿਸ ਨੂੰ ਟਾਈਮ ਦੇ ਕੌਨਟੈਕਸਟ ਵਿੱਚ ਅਕਸਰ ਸਮਝਿਆ ਜਾਂਦਾ ਆ। ਐਕਚੁਅਲ ਲੈਵਲ 'ਤੇ ਕਲਯੁਗ ਉਦੋਂ ਹੀ ਕਲਯੁਗ ਹੈ ਜਦੋਂ ਕਲਹ ਅਤੇ ਕਲੇਸ਼ ਉਹਦੇ 'ਚ ਸਾਨੂੰ ਡੀਲ ਕਰਨਾ ਪੈਂਦਾ। ਮੈਂ ਬੇਨਤੀ ਕਰ ਰਿਹਾ ਸੀਗਾ, ਜੇ ਆਪਾਂ ਮੌਲਿਕ ਰੂਪ ਵਿੱਚ ਦੇਖੀਏ, ਜਿਹੜੀ ਕਲਹ ਜਾਂ ਕਲੇਸ਼ ਹੈ, ਇਹ ਬਾਹਰ ਨਹੀਂ ਹੁੰਦਾ, ਇਹ ਮਨੁੱਖੀ ਮਨ ਹੀ ਪ੍ਰਗਟ ਕਰਦਾ ਹੈ। ਕਿਉਂਕਿ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਹੈ ਐਕਸਪੈਕਟੇਸ਼ਨਸ ਆਪਣੇ ਆਪ ਤੋਂ, ਆਪਣੇ ਆਲੇ ਦੁਆਲੇ ਤੋਂ। ਉਹ ਜੇ ਬੜੀਆਂ ਰੀਜਨਲ, ਬੜੀਆਂ ਰੈਸ਼ਨਲ ਸਾਈਡ ਤੋਂ ਅਤੇ ਰੀਜਨੇਬਲ ਸਾਈਡ ਤੋਂ ਨਹੀਂ ਆ ਰਹੀਆਂ, ਤੇ ਹੋਏਗਾ ਕਿ ਉਹ ਕਦੀ ਵੀ ਮੀਟ ਨਹੀਂ ਕਰਨਗੀਆਂ, ਅਤੇ ਹਮੇਸ਼ਾ ਮਨ ਦੁਖੀ ਰਹੇਗਾ, ਆਪਣੇ ਆਪ ਤੋਂ ਵੀ, ਆਲੇ ਦੁਆਲੇ ਤੋਂ ਵੀ। ਜੇ ਉਹਨਾਂ ਨੂੰ ਅਸੀਂ ਬੜਾ ਰੈਸ਼ਨਲਾਈਜ਼ ਕਰ ਲਈਏ ਤੇ ਰੀਜ਼ਨਲ ਪਲੇਟਫਾਰਮ, ਬਿਲਕੁਲ ਜਿਹੜੀ ਚੀਜ਼ ਰੀਜ਼ਨੇਬਲ ਹੋਏ, ਜਿਹਦੇ 'ਚ ਜਾ ਕੇ ਪਤਾ ਲੱਗੇ ਵੀ ਹਾਂ ਇਹ ਇੰਨਾ ਕੁ ਤੇ ਬਣਦਾ ਆ, ਇਹ ਇੰਨਾ ਕੁ ਹੈ, ਉਹ ਦੋ ਚੀਜ਼ਾਂ ਕਰ ਲਈਆਂ ਜਾਣ, ਫਿਰ ਐਕਸਪੈਕਟੇਸ਼ਨਸ ਮੀਟ ਵੀ ਕਰਦੀਆਂ ਨੇ। ਇੱਥੇ ਜਾ ਕੇ ਫਿਰ ਬੰਦੇ ਨੂੰ ਜਿਹੜੀ ਕਲੇਸ਼ ਵਾਲੀ ਪ੍ਰਵਿਰਤੀ ਹੈ, ਉਹਦੇ 'ਚੋਂ ਬੰਦਾ ਬਾਹਰ ਆ ਜਾਂਦਾ। ਅਦਰਵਾਈਜ਼ ਮਨ ਕਲੇਸ਼ ਕਰਦਾ ਅੰਦਰ। ਮਨ ਕਹਿੰਦਾ ਜੋ ਤੂੰ, ਤੇਰੀਆਂ ਵਿਸ਼ੇਸ ਸੀਗੀਆਂ, ਜੋ ਤੂੰ ਸੋਚਿਆ ਸੀਗਾ, ਉਹਦੇ ਅਕੋਰਡਿੰਗਲੀ ਰਿਜ਼ਲਟ ਨਹੀਂ ਨਿਕਲ ਰਹੇ। ਤੇ ਕਮਾਲ ਦੀ ਇਹ ਗੱਲ ਆ ਕਿ ਕਲੇਸ਼ ਪੈਦਾ ਮਨ ਕਰਦਾ ਹੈ, ਤੇ ਉਹਦਾ ਜਿਹੜਾ ਰਿਜ਼ਲਟ ਹੈ, ਜਿਹੜੇ ਕੌਨਸੀਕੁਐਂਸਿਸ ਨੇ, ਉਹ ਹੰਢਾਉਂਦਾ ਤਨ ਆ। ਪੈਦਾ ਮਨ ਕਰਦਾ। ਸਪੋਜ਼ ਮਨ ਨੇ ਕੋਈ ਕਲੇਸ਼ ਸਿਰਜਿਆ, ਅੰਦਰ ਕੁਛ ਲਗਾਤਾਰ ਜਿਹੜਾ ਹੈਗਾ ਉਹ ਚੱਲ ਰਿਹਾ ਉਸ ਤਰੀਕੇ ਨਾਲ ਵੀ
ਕਿਸੇ ਦਾ ਗੁੱਸਾ ਸੀਗਾ, ਕਿਸੇ ਨਾਲ ਕਿਸੇ ਕਿਸਮ ਦੀ ਫਰਸਟ੍ਰੇਸ਼ਨ ਚੱਲ ਰਹੀ ਸੀ ਅੰਦਰ, ਤੇ ਉਹਦਾ ਰਿਜ਼ਲਟ ਕੀ ਨਿਕਲਿਆ? ਰਿਜ਼ਲਟ ਇਹ ਨਿਕਲਿਆ ਕਿ ਬਲੱਡ ਪ੍ਰੈਸ਼ਰ ਹਾਈ ਹੋ ਗਿਆ, ਜਾਂ ਹੋਰ ਕੁਝ ਨਹੀਂ ਤੇ ਅੰਦਰ ਬੰਦੇ ਨੂੰ ਅਲਸਰ ਪੈਦਾ ਹੋਣਾ ਸ਼ੁਰੂ ਹੋ ਗਿਆ। ਅਕਸਰ ਹੋ ਜਾਂਦਾ ਹੈ, ਕੈਮੀਕਲਸ ਬਦਲਣੇ ਸ਼ੁਰੂ ਹੋ ਗਏ। ਛੋਟੀਆਂ ਛੋਟੀਆਂ ਚੀਜ਼ਾਂ, ਹੋਰ ਕੁਛ ਨਹੀਂ, ਤੇ ਬੰਦੇ ਦੇ ਜੇ ਇਹ ਕਹਿ ਲਓ ਕਿ ਇੱਕ ਤਰ੍ਹਾਂ ਦੇ ਨਾਲ ਉਸ ਨੂੰ ਜਿਹੜਾ ਆ ਹੈਡੇਕ ਹੋਣੀ ਸ਼ੁਰੂ ਹੋ ਗਈ, ਮਾਈਗ੍ਰੇਨ ਹੋਣੀ ਸ਼ੁਰੂ ਹੋ ਗਈ। ਸੋ ਕਲੇਸ਼ ਪੈਦਾ ਮਨ ਨੇ ਕੀਤਾ, ਹੰਡਾਇਆ ਤਨ ਨੇ। ਗੁਰੂ ਬਾਬਾ ਜੀ ਕਹਿੰਦੇ ਤੇ ਇਹਦਾ ਇਲਾਜ ਫਿਰ ਤਨ ਤੇ ਨਹੀਂ ਗਾ। ਤਨ ਤੇ ਵੱਧ ਤੋਂ ਵੱਧ ਕੀ ਲਓਗੇ? ਪੇਨ ਕਿਲਰ ਲੈ ਲਓਗੇ, ਕੁਝ ਹੋਰ ਮੈਡੀਸਿਨ ਲੈ ਲਓਗੇ, ਪਰ ਜਿਹੜੀ ਮਨ ਦੀ ਦੁਨੀਆ ਆ ਉਹਦਾ ਤੇ ਟ੍ਰੀਟਮੈਂਟ ਹੀ ਨਹੀਂ ਹੋਇਆ ਕੁਛ। ਇੱਥੇ ਗੁਰੂ ਬਾਬਾ ਜੀ ਕਹਿੰਦੇ ਨਾਮ ਬੋਹਿਤ ਆ, ਨਾਮ ਜਹਾਜ਼ ਆ। ਆਪਣੇ ਮਨ ਦੀ, ਆਪਣੀ ਕੌਂਸ਼ੀਅਸ ਚੇਤਨਾ ਦੀ ਦੁਨੀਆ ਨੂੰ ਇਹਦੇ 'ਚ ਬਿਠਾ। ਇਹ ਕਲਯੁਗ ਤੋਂ, ਉਸ ਕਲੇਸ਼ ਦੀ ਦੁਨੀਆ ਤੋਂ ਤੈਨੂੰ ਪਾਰ ਉਤਾਰੇਗਾ। ਹਰ ਹਰ ਨਾਮ ਬੋਹਿਤ ਹੈ ਕਲਯੁਗ, ਫਿਰ ਖੇਵਟ ਮਲਾ, ਜਿਹੜਾ ਬੇੜੇ ਨੂੰ ਚਲਾਉਂਦਾ ਆ। ਅੱਜ ਦੀ ਲੈਂਗੁਏਜ ਕਿਆ ਹੋਇਆ? ਕੈਪਟਨ ਆਫ ਐਨੀ ਕਾਈਂਡ ਆਫ ਸ਼ਿਪ, ਉਹਦਾ ਜਿਹੜਾ ਕੈਪਟਨ ਹੈ, ਜਿਹੜਾ ਰਨ ਕਰਨ ਵਾਲਾ ਹੈ, ਉਹ ਕੌਣ ਹੈ? ਖੇਵਟ। ਗੁਰੂ ਸ਼ਬਦ ਤਰੋ, ਗੁਰੂ ਕੇ ਸ਼ਬਦ ਨੂੰ ਖੇਵਟ ਬਣਾਇਆ ਜਾਏ। ਗੁਰਬਾਣੀ 'ਚ ਵਾਰ-ਵਾਰ ਚੀਜ਼ਾਂ ਆਉਣਗੀਆਂ। ਬੰਦਾ ਬੰਦੇ ਨੂੰ ਗਾਈਡ ਨਹੀਂ ਕਰੇਗਾ, ਬੰਦਾ ਬੰਦੇ ਨੂੰ ਗਾਈਡ ਕਰਨ ਦੇ ਵਿੱਚ ਕੋਈ ਹੈਲਪ ਤੇ ਕਰ ਸਕਦਾ ਥੋੜ੍ਹੀ ਬਹੁਤ, ਸੰਗਤ ਦੇ ਰੂਪ ਵਿੱਚ, ਇੰਸਪੀਰੇਸ਼ਨ ਦੇ ਰੂਪ ਦੇ ਵਿੱਚ, ਪਰ ਉਹਦਾ ਮਾਸਟਰ ਨਹੀਂਗਾ। ਮਾਸਟਰ ਸ਼ਬਦ ਹੀ ਹੈ। ਮਾਸਟਰ ਜਿਹੜਾ ਆ ਉਹ ਸੰਦੇਸ਼ ਹੈ, ਉਹ ਮੈਸੇਜ ਆ। ਇਸ ਤਰੀਕੇ ਨਾਲ ਬੰਦੇ ਦੀ ਬਾਤ ਕੀਤੀ ਜਾ ਰਹੀ ਹੈ। ਜਿਹੜੀ ਹਿਊਮਨ ਸਲੇਵਰੀ ਦੀ ਗੱਲ ਕਰਦੇ ਹਾਂ ਅਸੀਂ, ਐਕਚੁਅਲ ਲੈਵਲ 'ਤੇ ਸਪਿਰਿਚੁਅਲ ਸਾਈਡ ਤੋਂ ਲੋਕਾਂ ਨੂੰ ਸਭ ਤੋਂ ਵਧੀਆ ਸਲੇਵ ਬਣਾਇਆ ਜਾ ਸਕਦਾ। ਮੈਂ ਪ੍ਰੋਫਿਟ ਹੋ ਗਿਆ, ਮੈਂ ਮਾਸਟਰ ਹੋ ਗਿਆ, ਤੇ ਬਾਕੀ ਸਾਰੀ ਉਮਤ ਮੈਨੂੰ ਬਸ ਫੋਲੋ ਕਰੇ, ਜੋ ਮੈਂ ਕਹਿ ਤਾ ਉਹ ਫਾਈਨਲ, ਪੱਥਰ 'ਤੇ ਲਕੀਰ ਆ। ਬਾਬਾ ਜੀ ਕਹਿੰਦੇ ਨਾ, ਸ਼ਬਦ ਹੋਏਗਾ, ਤੇ ਸ਼ਬਦ ਦੇ ਵਿੱਚ ਮੈਨੂੰ ਵੀ ਅਕਾਊਂਟੇਬਲ ਬਣਾਇਆ ਜਾਏਗਾ, ਜਿਹਨੂੰ ਮੈਂ ਕੁਝ ਕਹਿ ਰਿਹਾ ਉਹਨੂੰ ਵੀ ਅਕਾਊਂਟੇਬਲ ਬਣਾਇਆ ਜਾਏਗਾ। ਐਗਜ਼ੈਕਟਲੀ ਅੱਜ ਦੀ ਦੁਨੀਆ 'ਚ ਦੇਖਿਆ ਨਾ, ਜਿਹੜਾ ਜਿਵੇਂ ਅਸੀਂ ਲੋਕ ਰਾਜ ਦੇਖਦੇ ਆ, ਕੌਂਸਟੀਟਿਊਸ਼ਨਲ ਸਾਈਡ ਤੋਂ ਅਸੀਂ ਆਉਂਦੇ ਹਾਂ, ਅਤੇ ਕੌਂਸਟੀਟਿਊਸ਼ਨ ਸਾਈਡ ਦੇ 'ਚ ਦੇਖਿਆ ਜਾਏ, ਸਪੋਜ਼ ਸਾਡੇ ਨਾਲ ਦੇ ਗਵਾਂਢ ਪ੍ਰੈਜ਼ੀਡੈਂਟ ਕੋਲ ਅਨਲਿਮਿਟਿਡ ਪਾਵਰਸ ਹੁੰਦੀਆਂ ਨੇ, ਮਤਲਬ ਇੱਕ ਤਰ੍ਹਾਂ ਦੇ ਨਾਲ ਉਹ 4 ਸਾਲ ਲਈ ਡਿਕਟੇਟਰ ਹੀ ਹੁੰਦਾ ਹੈ। ਇਸ ਤਰ੍ਹਾਂ ਦਾ ਮੰਨ ਲਿਆ ਜਾਏ। ਜੇ ਚੀਜ਼ ਨਾ ਹੁੰਦੀ ਤੇ ਆਪ ਸੋਚ ਕੇ ਦੇਖੋ ਕਿ ਲਾਸਟ ਟਾਈਮ ਜੋ ਪ੍ਰੈਜ਼ੀਡੈਂਟਸ਼ਿਪ ਦੇ ਵਿੱਚ ਸੀਗਾ ਸ਼ਖਸ, ਉਹਦੇ ਤੋਂ ਨਾ ਮੀਡੀਆ ਖੁਸ਼ ਸੀ, ਨਾ ਗਵਰਨਿੰਗ ਸਿਸਟਮ ਖੁਸ਼ ਸੀਗਾ, ਨਾ ਕੋਈ ਵੀ, ਮਤਲਬ ਆਲੇ ਦੁਆਲੇ ਦੀ। ਪਰ ਸੱਚ ਇਹ ਹੈ, ਉਹ ਬੜੇ ਠੋਕ ਵਜਾ ਕੇ 4 ਸਾਲ ਪੂਰੇ ਕਰਕੇ ਗਿਆ, ਕਿਉਂਕਿ ਕਾਈਂਡ ਆਫ ਉਹ ਉੱਥੇ ਡਿਕਟੇਟ ਕਰਦਾ ਹੈ। ਪਰ ਇਹਦੇ ਬਾਵਜੂਦ ਵੀ ਉਸ ਨੂੰ ਵੀ ਇੰਪੀਚਮੈਂਟ ਦਾ ਸਾਹਮਣਾ ਕਰਨਾ ਪਿਆ, ਉਹਦੇ ਉੱਤੇ ਵੀ ਮੁਕੱਦਮਾ ਚੱਲਿਆ, ਉਹਦੇ ਉੱਤੇ ਵੀ ਬਹੁਤ ਸਾਰੀਆਂ ਚੀਜ਼ਾਂ ਹੋਈਆਂ। ਕਿਸ ਤਰੀਕੇ ਨਾਲ? ਉਹ ਤੇ ਮੇਰੇ ਕੋਲ ਤੇ ਤਾਕਤ ਹੀ ਬੜੀ ਹੈ। ਨਾ ਭਾਈ, ਤਾਕਤ ਤੇਰੇ 'ਚ ਨਹੀਂ, ਤਾਕਤ ਕੌਂਸਟੀਟਿਊਸ਼ਨ ਵਿੱਚ ਆ, ਉਸ ਰਿਟਨ ਡਾਕੂਮੈਂਟ ਵਿੱਚ ਆ, ਜਿਹੜਾ ਇਹੋ ਚੀਜ਼ ਇੱਕ ਇਲਾਹੀ ਤੌਰ 'ਤੇ ਅਧਿਆਤਮੀ ਤਲ ਦਾ ਪੂਰਾ ਦਸਤਾਵੇਜ਼ ਤਿਆਰ ਕੀਤਾ। ਉਹਨਾਂ ਸ਼ਬਦਾਂ ਨੂੰ ਇੱਕ ਉਸ ਰੂਪ ਵਿੱਚ ਪ੍ਰੋਵਾਈਡ ਕਰਾਇਆ ਗਿਆ, ਇਸ ਨੂੰ ਪੜ੍ਹੀ, ਇਸ ਨੂੰ ਸਮਝੀ, ਇਹਦੇ ਮੁਤਾਬਕ ਜੀਵਨ ਜੀਵੀ। ਜੇ ਕਿਤੇ ਕੋਈ ਸੱਜੇ ਖੱਬੇ ਚੀਜ਼ ਲੱਗੇ, ਇਹੀ ਅਗਵਾਈ ਕਰੇਗਾ। ਇਹ ਹੈ ਸ਼ਬਦ ਖੇਵਟ। ਤੇ ਇਹ ਤੇ ਅਸੀਂ ਤੇ ਬੜੇ ਮਤਲਬ ਇਸ ਲੈਵਲ 'ਤੇ ਕਹਿ ਲਈਏ ਵੀ ਸੁਭਾਗੇ ਹਾਂ ਵੀ ਸਾਨੂੰ ਇਹ ਚੀਜ਼ ਗੁਰੂ ਬਾਬਾ ਜੀ ਨੇ ਪ੍ਰੀਜ਼ਰਵ ਕਰਕੇ ਐਜ਼ ਇਟ ਇਜ਼ ਪ੍ਰੋਵਾਈਡ ਕਰ ਦਿੱਤੀ। ਜਦੋਂ ਇਹ ਚੀਜ਼ ਨਹੀਂ ਸੀ, ਉਦੋਂ ਸਮਾਜ ਦੇ ਵਿੱਚ ਬਹੁਤ ਵੱਡੇ ਲੈਵਲ 'ਤੇ ਲੋਕੀ ਭਰਮ ਵਿੱਚ ਸੀਗੇ। ਕਿਤੇ ਕਿਤੇ ਕੋਈ ਗਿਆਨਵਾਨ ਰੂਹ ਸੀ ਜਿਹਦੇ ਕੋਲ, ਜਿਵੇਂ ਭਗਤ ਰਵਿਦਾਸ ਸਰੀਖੀ ਰੂਹ ਕਹਿ ਲਓ, ਕਿਤੇ ਭਗਤ ਨਾਮਦੇਵ ਸਰੀਖੀ ਰੂਹ, ਕਿਤੇ ਭਗਤ ਕਬੀਰ ਸਰੀਖੀ ਰੂਹ, ਜਿਹੜੇ ਇਸ ਕਿਸਮ ਦੇ ਸੱਚ ਦਾ ਸੰਦੇਸ਼ ਲੋਕਾਂ ਤੱਕ ਵਰਤਾਉਂਦੇ। ਪਰ ਗੁਰੂ ਬਾਬਾ ਜੀ ਨੇ ਤੇ ਉਹ ਸੰਭਾਲ ਦਿੱਤੀ। ਇੱਥੇ ਗੁਰੂ ਰਾਮਦਾਸ ਸਾਹਿਬ ਨੇ ਕਿਹਾ, ਜਿਹੜਾ ਇਹ ਕਲਾ ਕਲੇਸ਼ ਦਾ ਪੂਰਾ ਦਾਰਮਦੌਰ ਚੱਲਦਾ ਆ, ਜਿਹਨੂੰ ਕਹਿ ਲਓ ਕਿ ਇੱਕ ਪੂਰੀ ਦੀ ਪੂਰੀ ਇੱਕ ਇਨਵਾਇਰਮੈਂਟ ਬਿਲਡ ਹੋ ਚੁੱਕਾ ਆ, ਇਹਦੇ ਵਿੱਚੋਂ ਬਾਹਰ ਨਿਕਲਣ ਵਾਸਤੇ ਨਾਮ ਜਹਾਜ਼ ਹੈ। ਤੇ ਉਸ ਨਾਮ ਦੇ ਜਹਾਜ਼ ਵਿੱਚ ਅਸੀਂ ਬੈਠੀਏ, ਆਪਣੀ ਸੁਰਤ ਨੂੰ ਬਿਠਾਈਏ ਤੇ ਸ਼ਬਦ ਦੀ ਅਗਵਾਈ ਲਈਏ। ਇਹ ਬਾਤ ਕੀਤੀ ਗਈ। ਖੇਵਟ ਗੁਰ ਸ਼ਬਦ ਤਰੋ। ਅਗਲਾ ਜਿਹੜਾ
दूसरा पदा शुरू हो रहा है, काया नगर में राम रस उत्तम, क्यों पाइए उपदेश जन करो। काया नगर में, इसनों एक नगर कहा गया पूरे का पूरा जिहड़ा शरीर आ, ते इहदे विच राम रस उत्तम बड़ी सुपीरियर चीज़ पई है। रस रसायन कैमिकल्स जिन्होंने असीं कहने है तो बॉडी सारे के सारे कैमिकल्स ही ने, तो इन्हां कैमिकल्स नूं असीं अज दी मैडिकल साइंस बड़े सोफिस्टिकेटेड वे दे नाल समझते हैं, बड़े बरीकी नाल भी समझते हैं। हुण ये शरीर आ, इहदे विच कोई भी चीज़ घटदी वधदी है, उहदा प्रभाव साडी बोल बाणी रहन सहन हर चीज़ ते पैंदा आ। जे देखा जाए तो जिवें सपोज करो छोटी तो छोटी चीज़ का फर्क साडे जीवन में बड़े वड्डे लैवल ते पैंदा हैगा। मैं तो कहना वा फिजिकल चैकअप्स वगैरह जिहड़े ने प्रॉपर कराने चाहिए ने। फिजियोलॉजिकल लैवल तो सानू अपने आप नू बहुत मेनटेन करके रखने की भी लोड़ हैगी है। सिंपल बात करा, मैं गुरमत इंस्टीट्यूशन में सीगा, कुछ घर दे संस्कार एवें दी सीगे, कुछ इस किस्म का अपने आप ना कमिटमेंट सीगा भी किसी जगह ते भी मुकाबलतन कंपैटिटिव लैवल ते पिछे नहीं रहना। दैट्स सॉर्ट ऑफ एक्चुअली माइंड सैट ये सीगा। गुरमत इंस्टीट्यूशन च बहुत साडा इंटेंसिव ट्रेनिंग का प्रोग्राम हुंदा सीगा। बहुत अर्ली मॉर्निंग उठना, बकायदा तौर पर एक एक्सरसाइज का टाइम हुंदा सीगा। फिर उस तो बाद इशनान पान करन दा एक बहुत सीमित टाइम सीगा। उस तो बाद फिर जिहड़ा बकायदा तौर पर सवेर का नितनेम होना, फिर उस तो बाद क्लासिस चलनियां, मतलब एक कंप्लीट पूरा पैकेज सीगा साडे स्कैजूअल के रूप में। होना कि अर्ली मॉर्निंग होनी, तो बहुत अर्ली मॉर्निंग अराउंड 4 o'clock के नेड़े, तो एकदम उठना, मैं भी उठना, पर शरीर ने यह कहना भी झूठ ही हो जाए, आई डोंट वांट टू बी वेक अप एट ऑल। कई बार एहसास होना बड़ा मनमुख है भाई, हद हो गई, एडा मनमुख नहीं होना चाहिए भी। थोड़ा बहुत तो कदी कदार होया, पर हमेशा ही इस तरीके नाल खैर चीज़ां चलदियां रहियां। ट्रेनिंग का समा लंघ गया सब। बाय चांस पहली बारी ब्लड वर्क, तुहानूं पता उत्थे देखो ब्लड वर्क की कोई गल ही नहीं है। पहली बारी जिहड़ा ब्लड वर्क होया वो है इत्थे आके टोरंटो च। इस जो ब्लड वर्क होया तो मैनूं राइट वे जिहड़ा फैमिली फिजिशियन सीगा उन्हें कहा भी भाई तुरे भजे किवें फिरदे हो, की होया? कहंदा ना आयरन आ ना B12 है। अच्छा, ਇਹਦੇ ਕੌਨਸੀਕੁਐਂਸਿਸ ਕੀ ਨੇ, ਇਹਦਾ ਸਾਈਡ ਇਫੈਕਟ ਕੀ ਇਹਦਾ? ਅਕਸਰ ਕਹਿੰਦੇ ਕਿਉਂ ਤੂੰ ਐਨੀਮੀਆ ਨਹੀਂ ਫੀਲ ਕਰਦਾ, ਤੈਨੂੰ ਆਪਣੇ ਆਪ ਨੂੰ ਜਾਗੇ ਰਹਿਣ ਦੀ ਦਿੱਕਤ ਨਹੀਂ ਆ ਰਹੀ? ਹਾਂ ਆ ਤੇ ਰਹੀ ਹੈ। ਤੈਨੂੰ ਉੱਠਣ 'ਚ ਦਿੱਕਤ ਨਹੀਂ ਆ ਰਹੀ ਸਵੇਰੇ? ਹਾਂ ਤੇ ਰਹੀ ਹੈ। ਆ ਚੀਜ਼ ਹੁਣ ਇਹ ਐਕਚੁਅਲੀ ਹੈ ਤੇ ਰਸ ਹੀ ਨੇ ਸਾਰੇ, ਰਸਾਇਣ ਹੈ ਸਾਰਾ। ਇਸ ਰੂਪ ਦੇ 'ਚ ਚੀਜ਼ਾਂ ਨੂੰ ਦੇਖਿਆ ਜਾਏ, बाबा जी ने बाणी च एवें नहीं क्या, बाबा होर खाना खुशी खुआर जित खादा तन पीड़िया मन में चलें विकार। भाई अपने खान पीन का भी ध्यान रख भाई। नानक सो प्रभ सिमरिए तिस देही को पाल, वो चीज़ां इहदे च पा जिहदे नाल शरीर पले ना कि गले, इहदी सांभ संभाल करनी है। फिर कल्ला ये ही नहीं गा, कल्ला खाण पीण दे बेस दे उत्ते कैमिकल्स नहीं साडे काम करते। असी जै उस तरीके दीयां चीज़ां सोचते हैं, वेखते हैं, बोलते हैं, उहदा प्रभाव भी साडे उत्ते पैंदा है। इहदे उत्ते बहुत डीप लैवल दीयां स्टडीज़ हैगियां ने। किसी बंदे नूं दूसरे बंदे वास्ते गालां कड्ढण वास्ते लाओ, आप की एहसास करते हो कि जो गालां कढ़ रहा होएगा वो तो उहदा जिहड़ा ब्लड आ वो बहुत बहुत ठहराज ते सहज च होएगा। फॉरगेट अबाउट इट। वो गालां कड्ढण दे लैवल ते उदों पहुंचेगी तो उदों उबल जाएगा अंदरों, उहदे ऑलरेडी कैमिकल्स बदल चुके हैं अंदर। सो एक कलेश ये है, इस तरीके का जिहड़ा अंदर दे सारे रस ने वो जो रसायन सारा बदल जाएगा, उस बंदे नूं फिर तुसी बंदा झगड़ा करके हटिया, लड़ाई करके हटिया, माड़ा चंगा बोल के हटिया, तो उस तो बाद उन्होंने कहो भी चल हुण तू एक काम कर, तू उन्होंने मैडिटेशन कर। हद हो गई। हुण तो वैसे ही एक्चुअली तवाजन ही सारा बिगड़ गया है।
ਇੱਥੇ ਸਾਹਿਬ ਮਹਾਰਾਜ ਜਿਹੜੀ ਬਾਤ ਕੀਤੀ ਹੈ, ਤੇ ਕਈ ਵਾਰੀ ਬੰਦਾ ਇਹ ਵੀ ਸੋਚਦਾ ਆ, ਨਹੀਂ ਨਹੀਂ ਨਹੀਂ, ਇਹ ਮੇਰੇ ਤੋਂ ਨਹੀਂ ਹੋਣਾ ਹੈਗਾ, ਮੈਂ ਤੇ ਕਲੇਸ਼ ਹੀ ਕਰ ਸਕਣਾ, ਗੁੱਸਾ ਹੀ ਕਰ ਸਕਣਾ, ਮੈਂ ਤੇ ਫਰਸਟ੍ਰੇਸ਼ਨ 'ਚ ਜੀ ਸਕਦਾ, ਮੈਂ ਤੇ ਓਵਰ ਵਰੀਜ਼ 'ਚ ਜੀਣਾ ਆ। ਇਸ ਕਿਸਮ ਦੀ ਬਾਤ ਵੀ ਬੰਦਾ ਆਪਣੇ ਬਾਰੇ ਜੱਜ ਕਰਕੇ ਤੋਰਨ ਨਾ ਲੱਗ, ਉਸ ਤਰੀਕੇ ਨਾਲ ਸੋਚਣ ਲੱਗ ਜਾਂਦਾ ਹੈਗਾ। ਗੁਰੂ ਸਾਹਿਬ ਦੀ ਬਾਣੀ ਨੇ ਕਿਹਾ ਨਾ, ਤੈਨੂੰ ਕੋਈ ਪਤਾ ਨਹੀਂ, ਕਿਉਂਕਿ ਤੂੰ ਸਿਰਫ ਆਪਣੇ ਅੰਦਰੋਂ ਜਾਂ ਕ੍ਰੋਧ, ਵਾਸ਼ਨਾ, ਅਹੰਕਾਰ, ਲਾਲਚ, ਸਵਾਰਥ, ਨਿਰਾਸ਼ਤਾ, ਇਹਨਾਂ ਚੀਜ਼ਾਂ ਨੂੰ ਅਟੈਂਸ਼ਨ ਪੇ ਕਰ ਰਿਹਾ, ਇਹਨਾਂ ਨੂੰ ਹੀ ਵਾਰ-ਵਾਰ ਤੂੰ ਆਪਣੇ ਜਿਹੜਾ ਹੈਗਾ ਇੰਝ ਕਹਿ ਲਓ ਕਿ ਯੂਜ਼ ਕਰ ਰਿਹਾ ਹੈਗਾ। ਉਹਦੇ ਕਰਕੇ ਇਹਨਾਂ ਚੀਜ਼ਾਂ 'ਚ ਇਜ਼ਾਫੇਦਾਰੀ ਹੋ ਰਹੀ ਹੈ। ਜੇ ਤੂੰ ਜਿਹੜੇ ਦੂਸਰੇ ਤੇਰੇ ਅੰਦਰ ਐਬਿਲਿਟੀਜ਼ ਹੈਗੀਆਂ ਨੇ, ਜਿਨ੍ਹਾਂ 'ਚ ਕੰਪੈਸ਼ਨ ਆ, ਜਿਨ੍ਹਾਂ 'ਚ ਵਿਜ਼ਡਮ ਆ, ਜਿਨ੍ਹਾਂ 'ਚ ਪੇਸ਼ੈਂਸ ਆ, ਜਿਨ੍ਹਾਂ ਦੇ ਵਿੱਚ ਲਵ ਐਂਡ ਅਫੈਕਸ਼ਨ ਦੀ ਗੱਲ ਆਉਂਦੀ ਹੈ, ਕਦੀ ਉਹਨਾਂ ਨੂੰ ਵੀ ਯੂਜ਼ ਕਰ। ਉਸ ਲੈਵਲ ਤੇ ਜਦੋਂ ਜਾਏਗਾ ਫਿਰ ਤੈਨੂੰ ਪਤਾ ਲੱਗੇਗਾ ਹੁਣ ਕੰਪੈਸ਼ਨੇਟ ਹੋਣਾ, ਕਿਸੇ ਦੇ ਦਰਦ ਦਾ ਭਾਗੀਦਾਰ ਹੋਣਾ ਕਿੱਡੀ ਵੱਡੀ ਗੱਲ ਹੈ। ਜਿਹੜਾ ਰਸ ਇਹਦੇ ਵਿੱਚ ਆ, ਉਹ ਰਸ ਕਿਸੇ ਨੂੰ ਰਵਾ ਕੇ ਨਹੀਂ ਹੈਗਾ। ਉਹ ਤੇ ਪਤਾ ਹੀ ਨਹੀਂ ਬੰਦੇ ਨੂੰ ਵੀ ਉਹ ਰਸ ਕੀ ਹੁੰਦਾ ਹੈ। ਕਿਸੇ ਨੂੰ ਰੋਂਦੇ ਨੂੰ ਚੁੱਪ ਕਰਾਉਣ ਦੇ ਵਿੱਚ, ਭੁੱਖੇ ਨੂੰ ਕੁਝ ਦੇਣ ਦੇ ਵਿੱਚ, ਕਿਸੇ ਦੇ ਨੰਗੇਜ ਕੱਜਣ ਦੇ ਵਿੱਚ ਮਦਦ ਕਰਨ ਦੇ ਵਿੱਚ। ਤੇ ਇਹ ਰਸ ਬਾਹਰ ਨਹੀਂ, ਇਸ ਕਾਇਆ ਵਿੱਚ ਹੀ ਹੈ, ਸਰੀਰ ਵਿੱਚ ਹੀ ਹੈ। ਪਰ ਕਿਉਂਕਿ ਉਹਦਾ ਐਕਸਪੋਜ਼ਰ ਨਹੀਂ ਹੈਗਾ, ਉਹਦੇ ਬਾਰੇ ਸਮਝ ਨਹੀਂ ਹੈ, ਉਹਦੇ ਬਾਰੇ ਐਕਸਪੀਰੀਅੰਸ ਨਹੀਂ ਹੈ, ਬੰਦੇ ਨੂੰ ਪਤਾ ਹੀ ਨਹੀਂ ਮੈਂ ਕੀ ਆ। ਗੁਰੂ ਬਾਬਾ ਜੀ ਬਿਆਨ ਕਰਦੇ, ਕਦੀ ਅੰਦਰ ਕੁਰੇਦ ਕੇ ਤੇ ਦੇਖ ਆਪਣੇ ਆਪ ਨੂੰ। ਪੰਕਤੀ ਫਿਰ ਸੁਣਿਆ ਜੇ, ਕਾਇਆ ਨਗਰ ਮੈਂ ਰਾਮ ਰਸ ਊਤਮ। ਗੁਰੂ ਸਾਹਿਬ ਦਾ ਇੱਕ ਸ਼ਬਦ ਪੜ੍ਹਦੇ ਹਾਂ, ਵੈਸੇ ਤਾਂ ਬਹੁਤ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਮਹਾਰਾਜ ਕਹਿੰਦੇ ਕਿ ਸਮੁੰਦ ਵਿਰੋਲ ਸ਼ਰੀਰ ਹਮ ਦੇਖਿਆ। ਇਹ ਸਮੁੰਦਰ ਹੈ ਪੂਰਾ, ਤੇ ਸਮੁੰਦਰ ਦੇ ਵਿੱਚ ਹੋਇਆ ਕਿ ਸਮੁੰਦ ਵਿਰੋਲ ਸ਼ਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ। ਇੱਕ ਗੁਰੂ ਨੇ ਅਨੁਪਮ ਚੀਜ਼ ਦਿਖਾਤੀ, ਅਨੂਪ, ਜਿਹਦੀ ਕੋਈ ਉਪਮਾ ਨਹੀਂ ਦਿੱਤੀ ਜਾ ਸਕਦੀ। ਇਹਦੀ ਵਿਆਖਿਆ ਦੇ ਵਿੱਚ ਕਈ ਵਾਰੀ ਬਹੁਤ ਮੈਟਾਫੋਰਿਕ ਵੇ ਨਾਲ ਕੁਝ ਸਾਡੇ ਦਾਨਿਸ਼ਮੰਦ ਐਗਜ਼ਾਮਪਲਸ ਕਰਦੇ। ਉਹ ਕਹਿੰਦੇ ਕਿ ਬਹੁਤ ਵੱਡਾ ਠਾਠਾਂ ਮਾਰਦਾ ਸਮੁੰਦਰ ਹੈ, ਤੇ ਉਹਦੇ ਕਿਨਾਰੇ ਤੇ ਇੱਕ ਮਛੇਰਾ ਰਹਿੰਦਾ ਹੈ। ਤੇ ਉੱਥੇ ਕੋਈ ਸ਼ਖਸ ਉਸ ਮਛੇਰੇ ਕੋਲ ਆਉਂਦਾ ਹੈ, ਤੇ ਉਹਨੂੰ ਆ ਕੇ ਪੁੱਛਦਾ ਹੈ, ਸਪੋਜ਼ ਕੋਈ ਫਿਸ਼ਰਮੈਨ ਆ, ਤੇ ਉਹਨੂੰ ਆ ਕੇ ਕਹਿੰਦਾ ਕਿ ਭਾਈ ਸਮੁੰਦਰ 'ਚ ਕੀ ਹੈ? ਉਹ ਕਹਿੰਦਾ ਕੁਛ ਵੀ ਨਹੀਂ। ਮੱਛੀਆਂ ਵੀ ਫੜਨੀਆਂ ਹੋਣ ਤੇ ਬੜਾ ਡੂੰਘਾ ਅੰਦਰ ਜਾਣਾ ਪੈਂਦਾ, ਤਾਂ ਜਾ ਕੇ ਕੋਈ 2-4 ਮੱਛੀਆਂ ਕਾਬੂ ਆਉਂਦੀਆਂ ਨੇ, ਅਦਰਵਾਈਜ਼ ਕੁਛ ਨਹੀਂ। ਸਿੱਪੀਆਂ ਘੋਗੇ ਤੁਰੇ ਫਿਰਦੇ ਨੇ ਬਾਹਰ। ਖੈਰ ਉਹ ਕਹਿੰਦਾ ਅੱਛਾ, ਕਹਿੰਦੇ ਸਮੁੰਦਰ 'ਚ ਖਜ਼ਾਨੇ ਬੜੇ ਵੱਡੇ ਵੱਡੇ ਨੇ, ਪਰ ਇਹ ਤੇ ਬੰਦਾ ਸਮੁੰਦਰ ਦੇ ਕੰਢੇ ਹੀ ਰਹਿੰਦਾ ਹੈ, ਕਹਿੰਦਾ ਸਮੁੰਦਰ 'ਚ ਹੈ ਹੀ ਕੁਛ ਨਹੀਂ। ਇਹ ਬਾਤ ਹੋ ਗਈ। ਅਜੇ ਉੱਥੋਂ ਤੁਰ ਨਹੀਂ ਲੱਗਾ, ਤਾਂ ਹੀ ਤੇ ਇੱਕ ਸ਼ਖਸ ਆ ਗਿਆ, ਬੜਾ ਵੱਡਾ ਅਮਲਾ ਫੈਲਾ ਲੈ ਕੇ, ਵੱਡੇ ਵੱਡੇ ਟਰੱਕ ਨੇ, ਟਰੱਕਾਂ ਤੇ ਉਹਦੇ ਬੋਟਾਂ ਲੱਦੀਆਂ ਨੇ, ਬੰਦੇ ਨੇ, ਤੇ ਬੋਟਾਂ ਸਮੁੰਦਰ 'ਚ ਪਾ ਰਹੇ ਨੇ। ਤੇ ਉਹਨਾਂ ਨੂੰ ਜਾ ਕੇ ਪੁੱਛਦਾ, ਓਏ ਤੁਸੀਂ ਇੱਥੇ ਇਹ ਕੀ ਚੱਕਰ ਆ? ਕਹਿੰਦੇ ਗੱਲ ਇਹ ਆ, ਅਸੀਂ ਤੇ ਬਹੁਤ ਅਮੀਰ ਲੋਕ ਹਾਂ, ਅਸੀਂ ਤੇ ਸਾਡਾ ਤੇ ਕੰਮ ਹੀ ਸੀ ਦੇ ਨਾਲ ਆ, ਸਮੁੰਦਰ ਨਾਲ ਆ। ਉਹ ਕਹਿੰਦੇ ਤੁਸੀਂ ਕੀ ਕਰਦੇ ਹੋ ਇੱਥੇ? ਮੱਛੀਆਂ? ਕਹਿੰਦੇ ਮੱਛੀਆਂ ਤੇ ਕੁਛ ਵੀ ਨਹੀਂ, ਅਸੀਂ ਤਾਂ ਸਮੁੰਦਰ 'ਚ ਗਹਿਰੇ ਤਲ ਤੇ ਉਤਰਦੇ ਹਾਂ ਅੰਦਰ। ਸਮੁੰਦਰ 'ਚ ਕੀ ਹੈ? ਕਹਿੰਦਾ ਬਹੁਤ ਕੁਛ ਹੈ, ਇਹਦੇ ਤੇ ਹੀਰੇ ਨੇ, ਜਵਾਹਰਾਤ ਨੇ, ਅਨੇਕਾਂ ਤਰ੍ਹਾਂ ਦੀਆਂ ਧਾਤਾਂ ਨੇ, ਤੇਲ ਹੈ, ਕੀ ਨਹੀਂ ਹੈਗਾ ਇਹਦੇ 'ਚ? ਹੁਣ ਕੀ ਹੈ? ਉਹ ਕਹਿੰਦੇ ਨਹੀਂ, ਇਹ ਮਾਛੀ ਤੇ ਕਹਿ ਰਿਹਾ, ਜਿਹੜਾ ਮਛੇਰਾ ਤੇ ਕਹਿ ਰਿਹਾ ਚ ਹੈ ਹੀ ਕੁਛ ਨਹੀਂ। ਉਹ ਕਹਿੰਦਾ ਸੱਚ ਇਹ ਹੈ, ਇਹਨੇ ਉਤਲਾ ਸਰਫੇਸ ਦੇਖਿਆ ਆ, ਕਦੀ ਵਿੱਚ ਉਤਰ ਕੇ ਤੇ ਦੇਖੇ। ਸਮੁੰਦ ਵਿਰੋਲ ਸ਼ਰੀਰ ਹਮ ਦੇਖਿਆ। ਜੋ ਤੁਸੀਂ ਡੀਪ ਲੈਵਲ ਤੇ ਆਪਣੀਆਂ ਹੀ ਫੀਲਿੰਗਸ ਨੂੰ, ਆਪਣੇ ਹੀ ਅੰਦਰ ਚੱਲ ਰਹੀਆਂ ਰਾਵਾਂ ਨੂੰ ਸਹੀ ਢੰਗ ਨਾਲ ਨਾਪੋ ਤੋਲੋਗੇ, ਪਤਾ ਲੱਗੇਗਾ ਮੇਰੇ ਅੰਦਰ ਵੀ ਕੁਝ ਕਿਸੇ ਦੇ ਦੁੱਖ ਨੂੰ ਸਮਝਣ ਦੀ ਐਬਿਲਿਟੀ ਹੈ, ਮੇਰੇ ਅੰਦਰ ਵੀ ਸਮਝ ਦਾ ਬਹੁਤ ਹਾਇਰ ਲੈਵਲ ਆ, ਮੇਰੇ ਅੰਦਰ ਵੀ ਜੀਵਨ ਦੀਆਂ ਉਚੇਰੀਆਂ ਕਦਰਾਂ ਕੀਮਤਾਂ ਨੂੰ ਪ੍ਰਾਪਤ ਕਰ ਸਕਣ ਤੇ ਉਹਨਾਂ ਨੂੰ ਅਡਾਪਟ ਸਕਣ ਦੀ ਐਬਿਲਿਟੀ ਹੈ, ਸਮਰੱਥਾ ਹੈ। ਇਸ ਨੂੰ ਗੁਰੂ ਬਾਬਾ ਜੀ ਕਹਿੰਦੇ ਕਾਇਆ ਨਗਰ ਮੈਂ ਰਾਮ ਰਸ ਊਤਮ। ਇਹ ਰਾਮ ਦਾ ਰਸ ਆ, ਇਹ ਰਮੀ ਹੋਈ ਸ਼ਕਤੀ ਦਾ ਰਸ ਆ। ਕਿਉਂ ਪਾਈ ਹੈ? ਇਹ ਪ੍ਰਾਪਤ ਕਿਵੇਂ ਕੀਤਾ ਜਾਏ? ਕਹਿੰਦੇ ਉਪਦੇਸ਼ ਜਨ ਕਰੋ, ਉਪਦੇਸ਼ ਜਨ ਕਰੋ। ਉਹਨਾਂ ਜਨ ਦੇ ਕੋਲ ਆਓ ਜਿਹੜੇ ਜਨ ਇਹਦੀ ਬਾਬਤ ਸਾਨੂੰ ਗਾਈਡ ਕਰਦੇ ਨੇ। ਮੈਂ ਫਿਰ
ਬੇਨਤੀ ਕਰਾਂ, ਇਹਦੇ ਵਿੱਚ ਜਿਹੜਾ ਜਨ ਦਾ ਕੌਨਸੈਪਟ ਆ, ਜਿਹਨੇ ਆਪਣੇ ਆਪ ਨੂੰ ਜਾਣ ਲਿਆ, ਚੀਣ ਲਿਆ, ਤੇ ਜੋ ਜਾਣਨ ਵਾਲਾ ਆ ਉਹ ਕਹਿੰਦਾ ਆ ਕਿ ਇਹ ਜਿਹੜਾ ਸਰੀਰ ਆ ਇਹ ਤੇ ਮਿੱਟੀ ਤੋਂ ਬਣਿਆ ਤੇ ਮਿੱਟੀ 'ਚ ਅਮਾ ਜਾਣਾ ਹੈ। ਜਿਹੜੀ ਚੀਜ਼ ਬੰਦੇ ਦੀ ਮਦਦ ਕਰ ਸਕਦੀ ਹੈ ਉਹ ਹੈ ਸਿੱਖਿਆ। ਇਸ ਕਰਕੇ ਬੰਦੇ ਤੋਂ ਬੰਦੇ ਨੂੰ ਸਿੱਖਿਆ ਲੈਣੀ ਚਾਹੀਦੀ ਹੈ, ਸਮਝ ਲੈਣੀ ਚਾਹੀਦੀ ਹੈ, ਸਿੱਖ ਲੈਣਾ ਚਾਹੀਦਾ। ਸੋ ਚੰਗੇਰਿਆਂ ਤੋਂ ਸਿੱਖਿਆ ਲੈ ਕੇ, ਉਪਦੇਸ਼ ਲੈ ਕੇ ਜੀਵਨ ਦਾ ਇਸ ਕਿਸਮ ਦੀ ਉਸਾਰੀ ਕੀਤੀ ਜਾਏ, ਇਸ ਕਿਸਮ ਨੂੰ ਜੀਵਨ ਗੁਣਾਂ ਦੇ ਰੂਪ ਵਿੱਚ ਉੱਚਾ ਚੁੱਕਿਆ ਜਾਏ। ਅੱਗੇ ਸੀਗਾ ਸਤਿਗੁਰ ਸੇਵ ਸਫਲ ਹਰ ਦਰਸ਼ਨ, ਮਿਲ ਅੰਮ੍ਰਿਤ ਹਰ ਰਸ ਪੀਓ। ਸਤਿਗੁਰ ਸੇਵ ਸਫਲ ਹਰ ਦਰਸ਼ਨ, ਸਤਿਗੁਰੂ ਦੀ ਸੇਵਾ ਕੀਤਿਆਂ ਸਫਲ ਹਰੀ ਦਾ ਦਰਸ਼ਨ ਪ੍ਰਾਪਤ ਹੋ ਜਾਂਦਾ। ਸਫਲ ਹਰੀ ਦਾ ਦਰਸ਼ਨ ਇਸ ਤਰ੍ਹਾਂ ਕਹਿ ਲਿਆ ਜਾਏ, ਜਿਵੇਂ ਅੱਜ ਦੇ ਮਾਡਰਨ ਕੌਨਸੈਪਟ 'ਚ ਗੱਲ ਕੀਤੀ ਜਾਂਦੀ ਹੈ। ਲੋਕ ਕਈ ਵਾਰੀ ਪੁੱਛਦੇ ਨੇ, ਕਈ ਵਾਰ ਕਿਹਾ ਜਾਂਦਾ ਕਿ ਆਰ ਯੂ ਕੁਆਲੀਫਾਈਡ ਔਰ ਸਰਟੀਫਾਈਡ। ਇਹਦੇ ਬਾਬਤ ਕਈ ਲੋਕ ਕਹਿੰਦੇ ਅੱਛਾ, ਕਹਿੰਦੇ ਦਾ ਕੀ ਮਤਲਬ? ਕਹਿੰਦੇ ਵੀ ਕਈ ਵਾਰ ਕਈਆਂ ਲੋਕਾਂ ਦੇ ਕੋਲ ਸਰਟੀਫਿਕੇਸ਼ਨ ਤਾਂ ਹੁੰਦੀ ਹੈ ਪਰ ਕੁਆਲੀਫਿਕੇਸ਼ਨ ਨਹੀਂ ਹੁੰਦੀ। ਕਈਆਂ ਦੇ ਕੋਲ ਕੁਆਲੀਫਿਕੇਸ਼ਨ ਹੁੰਦੀ ਪਰ ਸਰਟੀਫਿਕੇਸ਼ਨ ਦੀ ਲੋੜ ਵੀ ਨਹੀਂ ਹੁੰਦੀ। ਅੱਜ ਕੱਲ੍ਹ ਮੈਂਟਲ ਹੈਲਥ ਦੇ ਵਿੱਚ ਇਹਦੇ ਉੱਤੇ ਬਹੁਤ ਜ਼ਿਆਦਾ ਐਮਫਸਾਈਜ਼ ਕੀਤਾ ਜਾ ਰਿਹਾ। ਈਵਨ ਕਿਹਾ ਜਾ ਰਿਹਾ ਕਿ ਸਰਟੀਫਿਕੇਸ਼ਨ ਦੀ ਕੋਈ ਵੱਡੀ ਗੱਲ ਨਹੀਂ ਹੈ, ਵੱਡੀ ਗੱਲ ਇਹ ਹੈ ਕਿ ਕੁਆਲੀਫਿਕੇਸ਼ਨ ਜਿਹੜੀ ਬੰਦੇ ਦੇ ਕੋਲ ਉਸ ਚੀਜ਼ ਨੂੰ ਕਰਨ ਦੀ ਐਬਿਲਿਟੀ ਹੈ ਉਹ ਹੈ ਕਿ ਨਹੀਂ ਹੈ, ਉਹਦੇ 'ਤੇ ਫੋਕਸ ਕਰਕੇ ਦੇਖੋ। ਇੱਥੇ ਮਹਾਰਾਜ ਨੇ ਬਿਆਨ ਕੀਤਾ ਕਿ ਸਤਿਗੁਰ ਸੇਵ ਸਫਲ ਹਰ ਦਰਸ਼ਨ, ਜਿਹੜੇ ਹਰੀ ਦੇ ਦਰਸ਼ਨ ਨੇ ਉਹ ਸਫਲ ਹੋ ਜਾਣ। ਸਫਲ ਹੋ ਜਾਣ ਮੀਨ ਕੋਈ ਬੰਦਾ ਰੱਬ ਦਾ ਭਗਤ ਕਲੇਮ ਕਰਦਾ ਹੈ, ਪਰ ਰੱਬ ਦਾ ਭਗਤ ਕਲੇਮ ਕਰਨ ਦਾ ਉਹਦਾ ਮਾਇਨਾ ਉਹਨੂੰ ਸਮਝ ਆਉਂਦੀ ਹੈ, ਉਹਨੂੰ ਉਹਦਾ ਦਰਸ਼ਨ ਸਫਲ ਹੈ, ਉਸਨੂੰ ਪਤਾ ਹੈ ਕਿ ਇਹਦੇ ਵਿੱਚੋਂ ਇਸ ਰਾਹ ਦੇ ਉੱਤੇ ਤੁਰਦਿਆਂ ਹੋਇਆਂ ਜਿਹੜੀਆਂ ਮੇਰੇ ਤੋਂ ਐਕਸਪੈਕਟੇਸ਼ਨਸ ਕੀਤੀਆਂ ਜਾ ਰਹੀਆਂ ਨੇ, ਕਿ ਮੈਂ ਮੀਟ ਕਰ ਸਕਾਂਗਾ, ਕਿ ਮੈਂ ਰੱਬੀ ਗੁਣਾਂ ਦਾ ਵਣਜਾਰਾ ਬਣ ਕੇ ਜੀਵਨ ਨੂੰ ਉਸ ਢੰਗ ਨਾਲ ਜੀ ਰਿਹਾ ਹਾਂ। ਇੱਥੇ ਗੁਰੂ ਰਾਮਦਾਸ ਸਾਹਿਬ ਕਹਿੰਦੇ ਜਦੋਂ ਸਤਿਗੁਰੂ ਦੀ ਸੇਵਾ ਕੀਤੀ ਉਹਨੇ ਐਬਿਲਿਟੀ ਦੇ ਦਿੱਤੀ। ਸਫਲ ਹਰ ਦਰਸ਼ਨ, ਮਿਲ ਅੰਮ੍ਰਿਤ ਹਰ ਰਸ ਪੀਓ, ਮਿਲ ਅੰਮ੍ਰਿਤ ਹਰ ਰਸ ਪੀਓ। ਅੰਮ੍ਰਿਤ ਦੀ ਪ੍ਰਾਪਤੀ ਦੇ ਨਾਲ ਹਰੀ ਦਾ ਰਸ ਪੀਣਾ, ਲਫ਼ਜ਼ ਦੋਨੋਂ ਸਿਨੋਨਿਮ ਵੀ ਬਣਦੇ ਨੇ, ਜਿਹੜਾ ਹਰ ਰਸ ਤੇ ਅੰਮ੍ਰਿਤ ਮੋਸਟਲੀ ਬਾਣੀ ਦੇ ਵਿੱਚ। ਪਰ ਇੱਥੇ ਅੰਮ੍ਰਿਤ ਦਾ ਮਤਲਬ ਇਹ ਹੈ ਕਿ ਜਿਵੇਂ ਨਾ ਮਰਨ ਵਾਲੀ ਚੀਜ਼। ਸਾਡੇ ਜੀਵਨ ਯਾਪਨ 'ਚ ਕਈ ਵਾਰ ਇਹ ਹੁੰਦਾ ਆ ਕਿ ਅਸੀਂ ਕੁਝ ਚੰਗੇਰੇ ਵਿਚਾਰ ਐਕਸੈਪਟ ਤੇ ਅਡੋਪਟ ਕਰਦੇ ਹਾਂ, ਪਰ ਥੋੜ੍ਹੀ ਦੇਰ ਤੱਕ ਉਹ ਵਿਚਾਰ ਸਾਡੇ ਅੰਦਰ ਰਹਿੰਦੇ ਨੇ। ਮੁੜ ਕੇ ਸਾਨੂੰ ਨਹੀਂ ਪਤਾ ਲੱਗਦਾ, ਮੇਰੇ ਕੋਲੋਂ ਮੈਂ ਐਵੇਂ ਸੋਚਦਾ ਸੀਗਾ ਪਰ ਹੁਣ ਤਾਂ ਮੇਰੀ ਸੋਚ 'ਚ ਉਹ ਚੀਜ਼ ਹੈ ਹੀ ਨਹੀਂ ਗੀ ਚੰਗੀ। ਇਹਦਾ ਮਤਲਬ ਉਹ ਮਰ ਗਈ, ਉਹ ਲੰਮੇਰਾ ਸਮਾਂ ਨਾ ਰਹਿ ਸਕੀ। ਬੰਦਾ ਆਪਣੇ ਅੰਦਰੋਂ ਚੰਗਿਆਈਆਂ, ਅੱਛਾਈਆਂ, ਸਭ ਤੋਂ ਵੱਡੀ ਗੱਲ ਜਿਵੇਂ ਮਾਸੂਮੀਅਤ ਆ, ਜਿਹੜੀ ਕੋਮਲਤਾ ਆ। ਆਪ ਦੇਖੋਗੇ ਬੱਚਾ ਛੋਟਾ ਜਿਹਾ ਹੈ, ਕਿੰਨਾ ਮਾਸੂਮ, ਕਿੰਨਾ ਕਮਸਿਨ, ਕਿੰਨਾ ਕੋਮਲ ਹੁੰਦਾ ਵਿਚਾਰਾਂ ਦੇ ਪੱਖ ਤੋਂ। ਮਾੜੀ ਮਾੜੀ ਗੱਲ ਦੇ ਉੱਤੇ ਉਹਦੇ 'ਚੋਂ ਤਰਸ ਨਜ਼ਰ ਪੈਂਦਾ, ਉਹ ਦੂਜੇ ਨੂੰ ਪੀੜਾ ਵੇਖ ਕੇ ਆਪਣੇ ਉਸ ਪੀੜਾ 'ਚ ਚਲਾ ਜਾਂਦਾ, ਉਹਦੀਆਂ ਗੱਲਾਂ 'ਚ ਅਭੋਲਪੁਣਾ ਹੁੰਦਾ। ਵਕਤ ਗੁਜ਼ਰਦਾ ਪਤਾ ਲੱਗਦਾ ਉਹੀ ਬੱਚਾ ਇੰਨਾ ਕਰੂਰ ਬਣ ਗਿਆ। ਇਹ ਕਿਵੇਂ ਹੋ ਗਿਆ? ਇੰਨੀ ਕਰੂਐਲਿਟੀ ਕਿੱਥੋਂ ਆ ਗਈ? ਉਹ ਭੋਲਾਪਨ ਮਾਰਤਾ ਉਹਨੇ, ਉਹ ਅਭੋਲਪੁਣਾ ਮਰ ਗਿਆ। ਇਹ ਬੜਾ ਜ਼ਰੂਰੀ ਹੈ ਬੰਦਾ ਇਹਨਾਂ ਚੀਜ਼ਾਂ ਨੂੰ ਜ਼ਿੰਦਾ ਰੱਖ ਸਕੇ। ਅੰਮ੍ਰਿਤ ਤੇ ਜ਼ਿੰਦਾ ਕਿਵੇਂ ਰੱਖੋਗੇ? ਜਿਸ ਚੀਜ਼ ਨੂੰ ਮਰਨ ਤੋਂ ਬਚਾਉਣਾ ਆ, ਜਿਵੇਂ ਸਪੋਜ਼ ਕਰੋ ਦੀਵਾ ਆਪਨੇ ਜ਼ਰੂਰ ਦੇਖਿਆ ਹੋਣਾ, ਟ੍ਰੈਡੀਸ਼ਨਲ ਲੈਂਪ ਜਿਹੜਾ ਐਵੇਂ ਬਲਦਾ ਹੁੰਦਾ ਛੋਟਾ ਜਿਹਾ, ਉਸ ਨੂੰ ਆਪਾਂ ਦੀਵੇ ਨੂੰ ਲੈ ਕੇ ਬਾਹਰ ਸਟਰੀਟ 'ਤੇ ਆ ਜਾਂਦੇ ਹਾਂ, ਵਿਹੜੇ 'ਚ ਆ ਜਾਂਦੇ ਹਾਂ। ਦੀਵੇ ਨੂੰ ਬਲਦਾ ਰੱਖਣ ਵਾਸਤੇ ਦੋ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ ਨੇ। ਨੰਬਰ 1 ਤੇ ਉਹਨੂੰ ਫਿਊਲ ਚਾਹੀਦਾ, ਤੇਲ। ਉਹ ਮਿਲ ਰਿਹਾ ਉਹਨੂੰ, ਠੀਕ ਹੈ। ਕੱਲਾ ਫਿਊਲ ਮਿਲਣ ਨਾਲ ਦੀਵਾ ਨਹੀਂ ਬਲਦਾ ਰਹੇਗਾ। ਦੀਵੇ ਦੀ ਜਿਹੜੀ ਸਭ ਤੋਂ ਵੱਡੀ ਦੁਸ਼ਮਣ ਹੈ, ਈਵਨ ਉਹੀ ਬਾਲ ਰਹੀ ਹੈ ਉਹਨੂੰ, ਪਰ ਉਹ ਦੁਸ਼ਮਣ ਵੀ ਸਭ ਤੋਂ ਵੱਡੀ ਕੀ ਹੈ? ਹਵਾ। ਜਿਵੇਂ ਥੋੜੀ ਤੇਜ਼ ਪਈ ਉਹ ਨਾਲ ਹੀ ਬੁੱਝ ਜਾਣਾ। ਉਹਨੂੰ ਉਹ ਤੋਂ ਪ੍ਰੀਜ਼ਰਵ ਕਰਕੇ ਰੱਖਦੇ ਨੇ, ਬਚਾ ਕੇ ਰੱਖਦੇ, ਜਿਹਨਾਂ ਨੂੰ ਪਤਾ ਹੈ ਦੀਵਾ ਹੈਂਡਲ ਕਿਵੇਂ ਕਰਨਾ ਹੈਗਾ। ਸਾਡੇ ਅੰਦਰ ਵੀ ਰੌਸ਼ਨ ਦਿਮਾਗ ਹੋਣ ਦੀ ਐਬਿਲਿਟੀ ਹੈ, ਰੌਸ਼ਨੀ ਆ ਜਾਂਦੀ ਕਿਤੇ ਕਿਤੇ, ਪਰ ਬੰਦਾ ਉਹਨੂੰ ਅੰਮ੍ਰਿਤ ਬਚਾ ਕੇ ਨਹੀਂ ਰੱਖ ਪਾਉਂਦਾ, ਅੰਮ੍ਰਿਤ ਨਹੀਂ ਕਰ ਪਾਉਂਦਾ।
ਮਰਨ ਤੋਂ ਬਚਾ ਕੇ ਲੈ ਕੇ ਚੱਲਣਾ। ਉਹਨੂੰ ਸਾਹਿਬ ਨੇ ਕਿਹਾ ਜਦੋਂ ਤੂੰ ਇਸ ਅੰਮ੍ਰਿਤ ਨੂੰ, ਅੰਮ੍ਰਿਤ ਹਰ ਰਸ ਪੀਓ, ਇਸ ਅੰਮ੍ਰਿਤ ਨੂੰ ਮਿਲੇਗਾ, ਇਸ ਲੈਵਲ ਤੇ ਆਪਣੇ ਵਿਚਾਰਾਂ ਖਿਆਲਾਂ ਨੂੰ ਪ੍ਰੀਜ਼ਰਵ ਕਰੇਗਾ, ਚੰਗਿਆਈਆਂ ਨੂੰ, ਤਾਂ ਹਰੀ ਦਾ ਰਸ ਪੀ ਸਕੇਗਾ। ਅਗਲਾ ਹੈ ਹਰ ਹਰ ਨਾਮ ਅੰਮ੍ਰਿਤ ਹਰ ਮੀਠਾ, ਹਰ ਸੰਤੋ ਚਾਖ ਦੇਖੋ। ਹੁਣ ਅੰਮ੍ਰਿਤ ਰਸ ਦੇ ਰੂਪ ਵਿੱਚ ਆਇਆ ਹੈ। ਇੱਥੇ ਕਿਹਾ ਹਰ ਹਰ ਨਾਮ ਅੰਮ੍ਰਿਤ ਹਰ ਮੀਠਾ। ਆਤਮਿਕ ਜੀਵਨ ਨੂੰ ਸਰਬੁਲੰਦ ਕਰਨ ਵਾਲਾ ਰੱਬ ਦਾ ਨਾਮ ਬਹੁਤ ਮਿੱਠਾ ਆ। ਹੁਣ ਇਹਨੂੰ ਇੱਕ ਲੈਵਲ ਤੇ ਹੋਰ ਦੇਖ ਲਈਏ। ਵੈਸੇ ਮਦਰ ਨੇਚਰ ਦੇ ਲਾ ਦੀਆਂ ਗੱਲਾਂ ਨੇ ਸਾਰੀਆਂ। ਅਸੀਂ ਕਈ ਵਾਰੀ ਪੂਰੀ ਤਰ੍ਹਾਂ ਉਹਨੂੰ ਨਾ ਤੇ ਅੰਡਰਸਟੈਂਡ ਕਰ ਪਾਉਂਦੇ, ਨਾ ਐਕਸਪਲੇਨ ਕਰ ਪਾਉਂਦੇ ਹਾਂ। ਬੱਚਾ ਆਇਆ ਤੇ ਬੱਚੇ ਨੂੰ ਮਾਂ ਇਹ ਕਹਿੰਦੀ ਹੈ ਕਿ ਤੂੰ ਨਾ ਇੱਥੋਂ ਘਰ ਤੋਂ ਜੇ ਸਪੋਜ਼ ਪੈਦਲ ਜਾਂਦਾ, ਸਿੱਧਾ ਸਕੂਲ ਜਾਣਾ, ਆਪਣੀ ਕਲਾਸ ਲਗਾਉਣੀ ਹੈ ਤੇ ਸਿੱਧਾ ਘਰ ਆਉਣਾ ਹੈ। ਬੱਚਾ ਉਹ ਹਾਲਾਂਕਿ ਉਹਨੂੰ ਇਹ ਇੰਸਟਰਕਸ਼ਨਸ ਚੰਗੀਆਂ ਨਹੀਂ ਲੱਗਦੀਆਂ, ਉਹਨੂੰ ਬਹੁਤ ਕੁਝ ਹੋਰ ਅਪੀਲ ਕਰਦਾ। ਉਹਨੂੰ ਅਪੀਲ ਕਰਦਾ ਰਾਹ 'ਚ ਫਰੈਂਡ ਸਰਕਲ ਉਹਦਾ ਹੈਗਾ, ਉਹ ਦੋਸਤ ਖੇਡਦੇ ਨੇ, ਸਕੂਲ ਦਾ ਜਾਣ ਨੂੰ ਜੀ ਨਹੀਂ ਕਰਦਾ, ਉਹ ਸਿੱਧਾ ਘਰ ਆ ਕੇ ਬੋਰ ਨਹੀਂ ਹੋਣਾ ਚਾਹੁੰਦਾ। ਪਰ ਉਹ ਮਾਂ ਦੀ ਇੰਸਟਰਕਸ਼ਨਸ ਨੂੰ ਮੰਨ ਲੈਂਦਾ ਕਿਸੇ ਤਰੀਕੇ ਦੇ ਨਾਲ। ਤੇ ਉਹ ਰੂਪ ਕੀ ਹੈ ਕਿ ਉਹ ਕਿਉਂਕਿ ਮਾਂ ਦੀਆਂ ਇੰਸਟਰਕਸ਼ਨ ਸੀਗੀਆਂ, ਉਹਨੇ ਐਕਸੈਪਟ ਕਰ ਲਈਆਂ। ਵਕਤ ਪਾ ਕੇ ਉਹਨਾਂ ਦੇ ਵਿੱਚੋਂ ਉਸ ਨੂੰ ਫਲ ਮਿਲਣਾ ਸ਼ੁਰੂ ਹੋ ਗਿਆ। ਫਲ ਕੀ ਸੀਗਾ ਕਿ ਕਲਾਸ ਦੇ ਵਿੱਚ ਉਸ ਨੂੰ ਟੀਚਰ ਬਹੁਤ ਜ਼ਿਆਦਾ ਪ੍ਰੇਜ਼ ਕਰਦਾ ਆ। ਉਹਦੇ ਫਰੈਂਡਸ ਜਿਹੜੇ ਨੇ ਉਹਨੂੰ ਐਜ਼ ਇੰਟੈਲੀਜੈਂਟ ਹੋਣ ਕਰਕੇ ਰਿਸਪੈਕਟ ਪੇ ਕਰਦੇ ਨੇ। ਉਹਨੂੰ ਆਪਣੇ ਆਪ ਦੇ ਉੱਤੇ ਪ੍ਰਾਊਡ ਹੋਣਾ ਸ਼ੁਰੂ ਹੋ ਜਾਂਦਾ। ਹੁਣ ਕੀ ਹੈ, ਕੱਲ ਤੱਕ ਮਾਂ ਦੀਆਂ ਇੰਸਟਰਕਸ਼ਨਸ ਥੋੜਾ ਔਖਾ ਹੋ ਕੇ ਫੋਲੋ ਕਰ ਰਿਹਾ ਸੀਗਾ। ਹੁਣ ਕਿਤੇ ਪਤਾ ਲੱਗ ਗਿਆ ਮਾਂ ਤੇ ਮੇਰਾ ਭਲਾ ਚਾਹੁੰਦੀ ਹੈ, ਇਸ ਕਰਕੇ ਮਾਂ ਦੀ ਗੱਲ ਨੂੰ ਜ਼ਰੂਰ ਮੰਨਿਆ ਜਾਏ। ਹੁਣ ਮਾਂ ਦੀ ਗੱਲ ਮਿੱਠੀ ਲੱਗਣ ਲੱਗ ਗਈ ਹੈ। ਇਹ ਹੈ ਉਹ ਲੈਵਲ ਜਿੱਥੇ ਜਾ ਕੇ ਬੰਦਾ ਆਪਣੇ ਆਪ ਸਹਿਜ ਭਾਵ ਨਾਲ ਆਪਣਾ ਉਥਾਨ, ਆਪਣੀ ਅਪਲਿਫਟਿੰਗ ਕਰ ਪਾਉਂਦਾ ਆ। ਗੁਰੂ ਰਾਮਦਾਸ ਸਾਹਿਬ ਨੇ ਕਿਹਾ ਹਰ ਹਰ ਨਾਮ ਅੰਮ੍ਰਿਤ ਹਰ ਮੀਠਾ। ਜਦੋਂ ਹਰੀ ਦਾ ਨਾਮ ਅੰਮ੍ਰਿਤ ਰੂਪ ਵਿੱਚ ਮਿੱਠਾ ਲੱਗਣਾ ਸ਼ੁਰੂ ਹੋ ਗਿਆ, ਜੋ ਗੁਰੂ ਨੇ ਕਿਹਾ, ਗੁਰੂ ਕਹਿ ਰਿਹਾ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਪਲਕੇ ਉਠਾ ਰਾਮ ਤੇ ਆਏ। ਸਵੇਰੇ ਉੱਠ ਕੇ ਬਾਣੀ ਪੜ੍ਹਨੀ ਹੈ। ਲੱਗਦਾ ਨਾ ਸਵੇਰੇ ਤੇ ਸੌਣਾ ਚਾਹੀਦਾ। ਬੰਦੇ ਨੂੰ ਜਿੰਨਾ ਵੱਧ ਤੋਂ ਵੱਧ ਸੌਣ ਦਾ ਟਾਈਮ ਮਿਲ ਜੇ ਉਨਾ ਹੀ ਫਾਇਦਾ ਆ। ਕਾਹਦੇ ਲਈ? ਤੇ ਜੇ ਕੰਮ ਤੇ ਜਾਣਾ ਫਿਰ ਤੇ ਠੀਕ ਹੈ, ਪਰ ਵਾਈ ਸ਼ੁਡ ਐਕਚੁਅਲੀ ਲੀਵ ਮਾਈ ਬੈਡ ਅਰਲੀ ਵਿਦਾਊਟ ਐਨੀ ਰੀਜ਼ਨ? ਨਹੀਂ, ਮੇਰੇ ਗੁਰੂ ਨੇ ਕਿਹਾ ਆ। ਹੌਲੀ ਹੌਲੀ ਪਤਾ ਲੱਗਾ ਅਰਲੀ ਬਰਡ ਹੋਣਾ, ਅਰਲੀ ਬਰਡ ਹੋ ਕੇ ਫਿਰ ਹੌਲੀ ਹੌਲੀ ਮੈਡੀਟੇਸ਼ਨ ਵਿੱਚ ਆਪਣੇ ਆਪ ਨੂੰ ਲਗਾਉਣਾ। ਉਹਦੇ ਕੁਝ ਬੈਨੀਫਿਟਸ ਨੇ, ਉਹਦਾ ਕੁਝ ਪ੍ਰਭਾਵ ਹੈ ਜੀਵਨ ਦੇ ਵਿੱਚ। ਹੁਣ ਉਹ ਚੀਜ਼ ਮਿੱਠੀ ਲੱਗਣੀ ਸ਼ੁਰੂ ਹੋ ਗਈ। ਗੁਰੂ ਸਾਹਿਬ ਕਹਿੰਦੇ ਹਰ ਹਰ ਨਾਮ ਅੰਮ੍ਰਿਤ ਹਰ ਮੀਠਾ, ਹਰ ਸੰਤੋ ਚਾਖ ਦਿਖੋ। ਹੇ ਸੰਤ ਜਨੋ, ਸਾਡੀ ਸਾਰਿਆਂ ਦੀ ਬਾਤ ਹੋ ਰਹੀ ਹੈ। ਇਹ ਗੁਰਮੁਖ ਪਿਆਰਿਓ, ਇਹ ਸੰਗਤ ਦੇ ਰੂਪ ਵਿੱਚ ਆਏ ਹੋਏ ਰੂਹੋ, ਇੱਕ ਵਾਰੀ ਚੱਖ ਕੇ ਤੇ ਵੇਖੋ ਇਹਨੂੰ। ਲੈਟਸ ਟਰਾਈ ਇਟ। ਥੋੜਾ ਇਹਨੂੰ ਅਪਣਾ ਕੇ ਤੇ ਵੇਖੋ। ਅਗਲਾ ਬਚਨ ਕਿਹਾ ਗੁਰਮਤ ਹਰ ਰਸ ਮੀਠਾ ਲਾਗਾ, ਤਿਨ ਬਿਸਰੇ ਸਭ ਬਿਖ ਰਸੋ। ਜਿਨ੍ਹਾਂ ਨੂੰ ਇਹ ਰਸ ਮਿੱਠਾ ਲੱਗ ਗਿਆ, ਬਾਕੀ ਸਾਰੇ ਰਸ ਮਤਲਬ ਉਹਨੂੰ ਬਿਖ ਲੱਗਣ ਲੱਗ ਗਏ, ਜ਼ਹਿਰ ਲੱਗਣ ਲੱਗ ਗਏ। ਮੈਂ ਸਬਸਟੈਂਸ ਐਡਿਕਸ਼ਨ ਤੇ ਕੰਮ ਕਰਦਾ ਕਾਫੀ ਲੰਬੇ ਸਮੇਂ ਤੋਂ। ਮੈਨੂੰ ਯਾਦ ਆ ਇੱਥੇ ਇੱਕ ਵਾਰੀ ਮੈਂ ਆਪਣੇ ਉਤਲੇ ਆਫਿਸ ਵਿੱਚ ਬੈਠੇ ਸੀ ਅਸੀਂ, ਤੇ ਯੰਗ ਬੱਚਾ, ਉਸਨੂੰ ਪੇਰੈਂਟਸ ਧੱਕੇ ਨਾਲ ਲੈ ਕੇ ਆਏ ਤੇ ਅਲਕੋਹਲ ਐਡਿਕਸ਼ਨ ਸੀਗੀ ਉਸਨੂੰ ਕਾਫੀ ਜ਼ਿਆਦਾ। ਤੇ ਪਹਿਲਾਂ ਤੇ ਆਵੇ ਨਾ ਆ ਗਿਆ ਇੱਥੇ ਤੇ ਕਹਿੰਦਾ ਆਈ ਡੋਂਟ ਵਾਂਟ ਟੂ ਟਾਕ ਇਨ ਫਰੰਟ ਆਫ ਮਾਈ ਪੇਰੈਂਟਸ, ਆਈ ਵਿਲ ਟਾਕ ਟੂ ਯੂ ਅਲੋਨ। ਮੈਂ ਕਿਹਾ ਠੀਕ ਹੈ ਜੀ, ਤੁਸੀਂ ਜਾਓ, ਅਸੀਂ ਪ੍ਰਾਈਵੇਸੀ ਦੀ ਰਿਸਪੈਕਟ ਕਰਦੇ ਹਾਂ। ਮੈਨੂੰ ਕਹਿੰਦਾ ਬਿਫੋਰ ਯੂ ਆਸਕ ਐਨੀਥਿੰਗ ਕੈਨ ਆਈ ਆਸਕ ਯੂ ਸਮਥਿੰਗ? ਮੈਂ ਕਿਹਾ ਯੈਸ। ਕਹਿੰਦਾ ਹੈਵ ਯੂ ਐਵਰ ਐਕਚੁਅਲੀ ਇੰਜੋਏ ਅਲਕੋਹਲ? ਮੈਂ ਕਿਹਾ ਵਟਸ ਸੋ ਸਪੈਸ਼ਲ ਇਨ ਅਲਕੋਹਲ ਟੂ ਇੰਜੋਏ? ਕਹਿੰਦਾ no, answer my question straightforward. Do you ever actually take it? ਮੈਂ ਕਿਹਾ no, I even don't know what kind of taste it has. ਕਹਿੰਦੇ then our meeting is finished. ਤੈਨੂੰ ਤਾਂ ਪਤਾ ਹੀ ਨਹੀਂ ਦਾ ਰਸ ਕੀ ਹੈਗਾ। How can you actually teach me to actually quit it or avoid it? ਮੈਂ ਕਿਹਾ ਗੱਲ ਇਹ ਹੈ, ਤੈਨੂੰ ਉਸ ਰਸ ਦਾ ਤੇ ਪਤਾ ਹੈ, ਇੱਕ ਰਸ ਮੇਰੇ ਕੋਲ ਵੀ ਹੈਗਾ। Have you ever enjoyed it? ਉਹ ਹੁਣ ਉਹਨੂੰ ਪਤਾ ਨਹੀਂ ਲੱਗੇ ਕਿਹੜੀ ਗੱਲ ਆ। ਮੈਂ ਕਿਹਾ ਕਦੀ ਤੂੰ ਸੂਬਰ ਹੋ ਕੇ ਰਸ ਲਿਆ? ਕੰਪਲੀਟ ਸੂਬਰਨੈਸ,
for years and years without any actually you can say pause or without any kind of ਜਿਹੜਾ ਹੈਗਾ ਕਿਸੇ ਤਰੀ ਦੀ ਵਾਇਲੈਂਟ ਕਰਨ ਦੇ ਨਾਲ ਉਸ ਨੂੰ ਉਹ ਕਹਿੰਦੇ ਨਹੀਂ ਮੈਂ ਕਰਕੇ ਵੇਖ ਜਿਹੜਾ ਇਹਦਾ ਰਸ ਆ ਨਾ ਤੈਨੂੰ ਇਹ ਭੁੱਲ ਹੀ ਜਾਣਾ ਮੈਂ ਇੱਕ ਰਸ ਹੋਰ ਹੈਗਾ ਹਾਲਾਂਕਿ ਮੈਂ ਹੁਣ ਮਤਲਬ ਡੈਫੀਨੇਟਲੀ ਏਜ ਦਾ ਨੰਬਰ ਥੋੜਾ ਵੱਧ ਰਿਹਾ ਬਟ ਇੱਕ ਰਸ ਹੈ ਜਵਾਨੀ ਦਾ ਰਸ ਤੂੰ ਕਦੀ ਮਾਣਿਆ ਤੈਨੂੰ ਪਤਾ ਹੀ ਨਹੀਂ ਹੈਗਾ ਤੈਨੂੰ ਪਤਾ ਹੀ ਨਹੀਂਗਾ ਜਦੋਂ ਬੰਦੇ ਨੂੰ ਉਸ ਲੈਵਲ ਤੇ ਹੋਏ ਕਿਸੇ ਚੀਜ਼ ਦੀ ਕ੍ਰੇਵਿੰਗ ਨਹੀਂ ਹੈਗੀ ਜ਼ੀਰੋ ਕ੍ਰੇਵਿੰਗ ਇੰਨੀ ਕੁ ਐਨਰਜੀ ਕਿ 2 ਦਿਨ ਫੂਡ ਵੀ ਨਾ ਮਿਲੇ ਇਟਸ ਨਾਟ ਅ ਬਿਗ ਡੀਲ ਵੱਡੀ ਤੋਂ ਵੱਡੀ ਚੀਜ਼ ਪਿਕ ਕਰਨੀ ਹੈ ਰੱਖਣੀ ਹੈ ਛੱਡਣੀ ਹੈ ਇਟਸ ਨਾਟ ਅ ਬਿਗ ਡੀਲ ਹੈਵ ਯੂ ਐਵਰ ਇੰਜੋਇਡ ਇਟ ਉਹ ਫਿਰ ਨਾ ਉਹਨੂੰ ਸਮਝ ਲੱਗੇ ਮੈਂ ਕਿਹਾ ਇਹ ਤੇ ਅਜੇ ਮੈਂ ਤੁਹਾਨੂੰ ਸਿਰਫ ਇਸ ਲੈਵਲ ਦੀਆਂ ਗੱਲਾਂ ਕਰ ਰਿਹਾ ਜਿਹੜੀ ਗੱਲ ਉਸ ਤਰੀਕੇ ਦੀ ਹੈ ਜਿਹੜੀ ਹਿਊਮਨ ਮਾਈਂਡ ਨੂੰ ਹਾਇਰ ਲੈਵਲ ਤੇ ਲਿਜਾਂਦੀ ਕਦੀ ਉੱਥੇ ਜਾ ਕੇ ਦੇਖ ਤੋ ਇੱਥੇ ਮਹਾਰਾਜ ਨੇ ਬਿਆਨ ਕੀਤਾ ਸਭ ਕਹਿੰਦੇ ਸੱਚ ਇਹ ਹੈ ਗੁਰਮਤਿ ਹਰ ਰਸ ਮੀਠਾ ਲਾਗਾ ਤਿਨ ਬਿਸਰੇ ਸਭ ਬਿਖ ਰਸੋ ਸਾਰੇ ਬਿਖ ਜ਼ਹਿਰ ਦੇ ਰਸ ਚਲੇ ਗਏ ਅਗਲਾ ਬਚਨ ਲਿਖਿਆ ਰਾਮ ਨਾਮ ਰਸ ਰਾਮ ਰਸਾਇਣ ਹਰ ਸੇਵੋ ਸੰਤ ਜਨੋ ਆਓ ਸੰਤ ਜਨੋ ਸਾਨੂੰ ਆਵਾਜ਼ ਦਿੱਤੀ ਇਨਵੀਟੇਸ਼ਨ ਆ ਰਾਮ ਰੂਪੀ ਰਸ ਦੇ ਉਸ ਰਸਾਇਣ ਨੂੰ ਕੈਮੀਕਲਸ ਉਹਨੂੰ ਇੰਜੋਏ ਕਰੋ ਅੱਜ ਕਿਹਾ ਜਾਂਦਾ ਹੈ ਕਿ ਦੇਰ ਆਰ 2 ਟਾਈਪ ਆਫ ਐਡਿਕਸ਼ਨ ਵਨ ਇਜ਼ ਬੈਡ ਐਂਡ ਵਨ ਇਜ਼ ਗੁੱਡ ਬੰਦਾ ਕਿ ਐਡਿਕਸ਼ਨ ਵਿੱਚ ਕਿਹੜੀ ਗੁੱਡ ਚੀਜ਼ ਆ ਕਹਿੰਦੇ ਨਹੀਂ ਗੁੱਡ ਐਡਿਕਸ਼ਨ ਵੀ ਹੈਗਾ ਸੇਮ sort of dopamine we can enjoy we can actually release in our brain if we go towards spirituality and it's totally in black and white there are so many studies there are so many experiments and scientifically it has been proven ਡੋਪਾਮਾਈਨ ਹੀ ਸਭ ਤੋਂ ਵੱਡਾ ਕਲਪ੍ਰਿਟ ਹੈ ਨਾ ਉਸੇ ਕਰਕੇ ਲੋਕੀ ਕਹਿੰਦੇ ਵੀ ਰਿਲੀਜ਼ ਹੁੰਦੀ ਖੁਸ਼ੀ ਫੀਲ ਹੁੰਦਾ ਉਹ ਕਿਹਾ ਗਿਆ ਇਹਦੇ ਵਿੱਚੋਂ ਤੁਸੀਂ ਉਸ ਤੋਂ ਕਿਤੇ ਵੱਧ ਇੰਜੋਏ ਕਰ ਸਕਦੇ ਹੋ ਗੁਰੂ ਬਾਬਾ ਜੀ ਬਿਆਨ ਕਰਦੇ ਰਾਮ ਨਾਮ ਰਸ ਰਾਮ ਰਸਾਇਣ ਹਰ ਸੇਵੋ ਸੰਤ ਜਨੋ 4 ਪਦਾਰਥ ਚਾਰੇ ਪਾਏ every type of actually achievement we can enjoy by following the path of spirituality 4 ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰ ਭਜੋ ਇਹ ਨਾਨਕ ਆਓ ਗੁਰੂ ਦੀ ਮੱਤ ਲੈ ਕੇ ਹਰੀ ਦਾ ਭਜਨ ਕਰੀਏ ਸਭ ਰਹਿਮਤ ਕਰਨ ਇਹਨਾਂ ਆਲਮੀ ਵਾਕਿਆਂ ਚੋਂ ਚੰਗੇਰੀ ਪ੍ਰੇਰਣਾ ਮਿਲੇ ਗੁਰਮਤੀਏ ਹੋ ਸਕੀਏ ਅਗਲਾ ਸਮਾਂ ਹੀ ਸਿਮਰਨ ਦਾ ਹੈ ਤੁਸੀਂ ਹੁਣ ਉਹਦੇ ਵਿੱਚ ਹੀ ਪਾਰਟਿਸਿਪੇਟ ਕਰਨਾ ਹੈਗਾ ਖਾਕਸਾਰ ਨੂੰ ਇੱਥੇ ਇਜਾਜ਼ਤ ਦੇਣੀ ਗੁਰਮੁਖ ਪਿਆਰੇ ਵੀਰ ਆ ਗਏ ਨੇ ਉਹ ਅਗਲੀ ਸੇਵਾ ਤੁਹਾਡੀ ਲੈ ਕੇ ਹਾਜ਼ਰ ਹੋਣਗੇ ਮੈਨੂੰ ਇੱਥੇ ਇਜਾਜ਼ਤ ਦੇ ਦੇਣੀ ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ